ਹੁਣ ਅੱਗੇ ਵਧਦੇ ਤੇ ਖਬਰ ਹੈ उत्तर प्रदेश के संत कबीर नगर तो। संत कबीर नगर दे विच DIG के सामने सब इंस्पैक्टर ने टीयर गन चलाने की कोशिश की, पर टीयर गन नहीं चला सके, जिसका वीडियो भी सामने आया है। जो उत्थे टीयर गन चलाने को कहा जा रहा सी सब इंस्पैक्टर के अहुदे उत्ते जनाब ने, पर पता नहीं गोली पैंदी किथे। वीडियो दे विच DIG ने खलीलाबाद थाने दे विच तैनात SI तो बंदूक दे विच गोली किवें पाउंदे ने इह दस्सण नूं कह रहे ने, जिस तो बाद सब इंस्पैक्टर गोली नली दे विच पा दिंदे ने। फिर काफी देर मशक्कत करन तो बाद चौकी इंचार्ज टीयर गन ऑपरेट नहीं कर सके तो DIG ने कहा कि ट्रेनिंग लवो नहीं तो जान गवा बैठोगे। दरअसल बस्ती मंडल के DIG RK भारद्वाज थाणिਆਂ ਦਾ ਨਿਰੀਖਣ ਕਰਨ ਦੇ ਲਈ ਪਹੁੰਚੇ ਸਨ। ਇਸ ਵਿਚਾਲੇ ਉਹ ਖਲੀਲਾਬਾਦ ਥਾਣੇ ਪਹੁੰਚੇ। DIG ਨੇ ਥਾਣੇ ਦੇ ਅੰਦਰ ਸਾਰੀਆਂ ਵਿਵਸਥਾਵਾਂ ਦੀ ਜਾਣਕਾਰੀ ਲਈ, ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਬੰਦੂਕ ਚਲਾਉਣ ਦੇ ਹੁਨਰ ਨੂੰ ਵੀ ਦੇਖਿਆ। ਇਸੇ ਵਿਚਾਲੇ ਉਹਨਾਂ ਨੇ ਇੱਕ SI ਨੂੰ ਬੰਦੂਕ ਚਲਾਉਣ ਨੂੰ ਕਿਹਾ, ਪਰ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਕਿ SI ਨੂੰ ਪਤਾ ਹੀ ਨਹੀਂ ਸੀ ਕਿ ਬੰਦੂਕ ਦੇ ਵਿੱਚ ਗੋਲੀ ਪਾਉਣੀ ਕਿੱਥੇ ਹੈ। ਇਸ ਵਾਕਿਏ ਨੂੰ ਦੇਖ ਕੇ ਉੱਥੇ ਮੌਜੂਦ ਬਾਕੀ ਪੁਲਿਸ ਮੁਲਾਜ਼ਮ ਵੀ ਹੈਰਾਨ ਰਹਿ ਗਏ। ਹੁਣ ਸਵਾਲ ਤਾਂ ਇਹੀ ਹੈ ਕਿ ਆਖਿਰ ਜਦੋਂ ਟ੍ਰੇਨਿੰਗ ਹੋਈ ਸੀ ਤਾਂ ਫਿਰ ਉਸ ਸਮੇਂ ਉਹ ਟ੍ਰੇਨਿੰਗ ਕਲੀਅਰ ਕਿਵੇਂ ਕਰ ਲਈ ਗਈ। ਸਬ ਇੰਸਪੈਕਟਰ ਦੇ ਅਹੁਦੇ ਉੱਤੇ ਜਨਾਬ ਨੇ ਤੇ SI ਨੂੰ ਟੀਅਰ ਗਨ ਦੇ ਵਿੱਚ ਗੋਲੀ ਲੋਡ ਕਰਨੀ ਨਹੀਂ ਆ ਰਹੀ, ਫਰਕ ਤਾਂ ਪੈਂਦਾ ਹੈ। ਅੱਗੇ ਵਧਦਿਆਂ ਤੇ ਗੱਲ ਹੋਵੇਗੀ ਅੱਜ ਦੇ ਸਵਾਲ ਦੀ। ਪੁਲਿਸ ਦਾ ਜ਼ਿਕਰ ਹੋ ਰਿਹਾ, ਇਸ ਕਰਕੇ ਸਵਾਲ ਵੀ ਪੁਲਿਸ ਦੇ ਨਾਲ ਜੁੜਿਆ ਹੋਇਆ। ਸਵਾਲ ਹੈ ਕਿ ਭਾਰਤ ਦੇ ਵਿੱਚ ਦੇਸ਼ ਦੇ ਵਿੱਚ ਪੁਲਿਸ ਐਕਟ ਕਦੋਂ ਲਾਗੂ ਹੋਇਆ ਸੀ, ਔਰ ਚਾਰ ਆਪਸ਼ਨ ਤੁਹਾਨੂੰ ਦੇ ਰਹੇ ਹਾਂ। A 1852 ਦੇ ਵਿੱਚ, B 1861 ਦੇ ਵਿੱਚ, C 1872 ਦੇ ਵਿੱਚ ਜਾਂ ਆਪਸ਼ਨ D 1901 ਦੇ ਵਿੱਚ। ਚਾਰ ਆਪਸ਼ਨ ਦੇ ਨਾਲ ਤੁਸੀਂ ਇੱਕ ਚੀਜ਼ ਤਾਂ ਸਮਝ ਚੁੱਕੇ ਹੋ ਕਿ ਪੁਲਿਸ ਐਕਟ ਆਜ਼ਾਦੀ ਤੋਂ ਪਹਿਲਾਂ ਹੀ ਲਾਗੂ ਹੋ ਚੁੱਕਾ ਸੀ। ਇਹਨਾਂ ਦੇ ਵਿੱਚੋਂ ਇੱਕ ਸਹੀ ਆਪਸ਼ਨ ਹੈ। ਸਹੀ ਆਪਸ਼ਨ ਕਿਹੜੀ ਹੈ ਔਰ ਪੂਰੀ ਜਾਣਕਾਰੀ ਕੀ ਹੈ ਇਸ ਸਵਾਲ ਦੇ ਨਾਲ, ਪੁਲਿਸ ਐਕਟ ਦੇ ਨਾਲ ਜੁੜੀ ਹੋਈ, ਅਸੀਂ ਤੁਹਾਨੂੰ ਪ੍ਰੋਗਰਾਮ ਦੇ ਦੌਰਾਨ ਫਰਕ ਤਾਂ ਪੈਂਦਾ ਦੇ ਦੌਰਾਨ ਤੁਹਾਡੇ ਸਾਹਮਣੇ ਰੱਖਾਂਗੇ, ਤੁਹਾਨੂੰ ਦੱਸਾਂਗੇ। ਹੁਣ ਅੱਗੇ ਵਧਦੇ ਹਾਂ ਤੇ ਗੱਲ RPG ਦੀ ਕਰਾਂਗੇ। ਤਰਨਤਾਰਨ ਦੇ ਮੰਡ ਇਲਾਕੇ ਦੇ ਵਿੱਚ ਪੁਲਿਸ ਨੇ ਬੀਤੇ ਦਿਨੀ ਬਰਾਮਦ ਹੋਏ ਲੋਡਡ RPG ਨੂੰ ਨਸ਼ਟ ਕਰ ਦਿੱਤਾ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ RPG ਨੂੰ ਲੈ ਕੇ ਸੁਨਸਨ ਇਲਾਕੇ ਦੇ ਵਿੱਚ ਪਹੁੰਚੇ। RPG ਨੂੰ ਜ਼ਮੀਨ ਦੇ ਵਿੱਚ ਦਬ ਦਿੱਤਾ ਗਿਆ ਤੇ ਫਿਰ ਇੱਕ ਜ਼ੋਰਦਾਰ ਧਮਾਕੇ ਨਾਲ RPG ਨਸ਼ਟ ਹੋ ਗਿਆ। ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਮੌਜੂਦ ਨੇ। ਇਸ ਤੋਂ ਇਲਾਵਾ ਆਰਮੀ ਦੇ ਵੀ ਜਿਹੜੇ ਆਫੀਸਰ ਨੇ ਉਹ ਵੀ ਪਹੁੰਚੇ ਸੀ। ਤਾਂ ਅਨਾਉਂਸਮੈਂਟ ਤਾਂ ਧਮਾਕੇ ਦੀ ਆਵਾਜ਼ ਜਿਹੜੀ ਆ ਉਹ ਸੁਣਾਈ ਦਿੱਤੀ। ਇਸ ਵੇਲੇ ਤੁਸੀਂ ਦੇਖ ਸਕਦੇ ਕਿ ਧੂਏ ਦਾ ਗੁਬਾਰ ਜਿਹੜਾ ਜ਼ਬਰਦਸਤ ਧੂਏ ਦਾ ਗੁਬਾਰ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ, ਔਰ ਜ਼ਬਰਦਸਤ ਧਮਾਕਾ ਜਿਹੜਾ ਉਸ ਦੀ ਆਵਾਜ਼ ਸੁਣਾਈ ਦਿੱਤੀ ਗਈ ਸੀ। ਤੁਸੀਂ ਦੇਖੋ ਕਿ ਪੁਲਿਸ ਦੇ ਅਧਿਕਾਰੀ ਮੌਕੇ ਤੇ ਮੌਜੂਦ ਨੇ। ਪੁਲਿਸ ਨੇ ਬੀਤੇ ਦਿਨੀ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਦੀ ਨਿਸ਼ਾਨਦੇਹੀ ਦੇ ਉੱਤੇ ਲੋਡਡ RPG ਬਰਾਮਦ ਹੋਇਆ। ਮੁਲਜ਼ਮਾਂ ਦਾ ਇੱਕ ਸਾਥੀ ਯਾਦਵਿੰਦਰ ਮਨੀਲਾ ਜਾਂ ਫਿਲੀਪੀਨਜ਼ ਦੇ ਵਿੱਚ ਦੱਸਿਆ ਜਾ ਰਿਹਾ ਹੈ, ਜਿਸ ਤੇ ਪੁਲਿਸ ਸ਼ਿਕੰਜਾ ਕੱਸਣ ਦੀ ਹੁਣ ਤਿਆਰੀ ਦੇ ਵਿੱਚ ਹੈ। ਇਹਨਾਂ ਦੇ ਜਿਹੜਾ ਸਾਥੀ ਸੀਗਾ, ਇਹਨਾਂ ਦੇ ਪਿੰਡ ਦਾ ਹੀ ਯਾਦਵਿੰਦਰ ਉਹ ਫਿਗਰ ਆਊਟ ਹੋਇਆ ਸੀਗਾ। ਉਸ ਦਾ ਹੁਣ ਅਸੀਂ ਜਿਹੜੀ ਆ ਵੇਅਰ ਅਬਾਊਟਸ ਅਸਰਟਨ ਕਰ ਰਹੇ ਹਾਂ। ਜਿਹੜਾ ਫਸਟ ਇਨਵੈਸਟੀਗੇਸ਼ਨ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਆ ਕਿ ਉਹ ਹਾਲ ਮਨੀਲਾ ਜਾਂ ਫਿਲੀਪਾਈਨਜ਼ ਦੇ ਵਿੱਚ ਬੇਸਡ ਆ, ਤੇ ਉਸ ਦੇ ਬਾਰੇ ਵੀ ਜਿਹੜੀ ਅਗਲੀ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਜਾਵੇਗੀ। ਤੇ ਪੰਜਾਬ ਦੇ ਵਿੱਚ 3 ਤੋਂ 4 RPG ਹੋਣ ਦੀ ਇਨਪੁਟ ਮਿਲੀ ਸੀ, ਜਿਨ੍ਹਾਂ ਦੇ ਵਿੱਚੋਂ 2 RPG ਦੇ ਨਾਲ ਹਮਲਾ ਹੋਇਆ ਤੇ ਤੀਜਾ ਨਸ਼ਟ ਕਰ ਦਿੱਤਾ ਗਿਆ ਹੈ, ਪਰ ਚੌਥਾ RPG ਕਿੱਥੇ ਹੈ, ਇਸ ਨੇ ਸੁਰੱਖਿਆ ਏਜੰਸੀਆਂ ਦੀ ਚਿੰਤਾ ਫਿਲਹਾਲ ਵਧਾਈ ਹੋਈ ਹੈ। ਤਾਂ RPG ਨੂੰ ਨਸ਼ਟ ਕਰ ਦਿੱਤਾ ਗਿਆ, 4 RPG ਦਾ ਜ਼ਿਕਰ ਹੋ ਰਿਹਾ, ਚੌਥਾ ਕਿੱਥੇ ਹੈ ਇਹ ਵੀ ਇੱਕ ਸਵਾਲ ਬਰਕਰਾਰ ਹੈ। ਖੈਰ, ਜਦੋਂ ਸਰਹੱਦ ਪਾਰ ਤੋਂ 4 RPG ਪੰਜਾਬ ਦੇ ਵਿੱਚ ਪਹੁੰਚ ਜਾਣ ਤੇ ਚੌਥਾ ਅਜੇ ਵੀ ਗਾਇਬ ਹੋਵੇ ਜਾਂ ਕਹੀਏ ਕਿ ਪੁਲਿਸ ਉਸ ਤੱਕ ਨਾ ਪਹੁੰਚ ਪਾਈ ਹੋਵੇ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਪੰਜਾਬ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਬੰਬੀਹਾ ਗਰੁੱਪ ਦੇ 2 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਇੱਕ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ, ਜਿਹਦੇ ਵਿੱਚ 2 ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਕਾਬੂ ਕੀਤਾ। ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਜਿਹੜੇ 2 ਗੈਂਗਸਟਰ ਨੇ ਉਹਨਾਂ ਨੂੰ ਕਾਬੂ ਕੀਤਾ, ਜਿਹਦੇ ਵਿੱਚ ਇੱਕ ਨਾਬਾਲਿਗ ਤੇ ਇੱਕ ਜਿਹੜਾ ਦੱਸਿਆ ਜਾ ਰਿਹਾ ਹੈ ਇੱਕ ਹੋਰ ਇਹਦਾ ਜਿਹੜਾ ਸਾਥੀ ਹੈ ਉਹ ਦੱਸਿਆ ਜਾ ਰਿਹਾ ਹੈ। ਦੋਵੇਂ ਹਰਿਆਣਾ ਦੇ ਸਿਰਸਾ ਦੇ ਰਹਿਣ ਵਾਲੇ ਨੇ। ਸਿਰਸਾ ਤੋਂ ਹੀ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕੁਝ ਦਿਨ ਪਹਿਲਾਂ ਚੰਡੀਗੜ੍ਹ ਦੇ ਇੱਕ ਡਿਸਕ ਦੇ ਵਿੱਚ ਹੋਈ ਫਾਇਰਿੰਗ ਦੇ ਵਿੱਚ ਇਹ ਦੋਵੇਂ ਸ਼ਾਮਲ ਸਨ। ਦੋਵਾਂ ਦੀ ਲੰਬੇ ਸਮੇਂ ਤੋਂ ਪੰਜਾਬ ਪੁਲਿਸ ਨੂੰ ਭਾਲ ਸੀ।
2 ਪਿਸਟਲ 13 ਜਿੰਦਾ ਕਾਰਤੂਸ ਜਿਨ੍ਹਾਂ ਤੋਂ ਰਿਕਵਰ ਹੋਏ ਹੈ ਤੇ ਹੋਰ ਵੀ ਜਿਹੜੀ ਰਿਕਵਰੀ ਹੈ ਅਸਲੇ ਦੀ ਇਲੀਗਲ ਜਿਹੜਾ ਅਸਲਾ ਹੈ ਉਹ ਰਿਕਵਰ ਕਰਨਾ ਹਜੇ ਬਾਕੀ ਹੈ। ਹੁਣ ਅੱਗੇ ਵਧਦੇ ਹਾਂ ਤੇ ਗੱਲ ਜੰਮੂ ਦੀ ਕਰਾਂਗੇ। ਜੰਮੂ ਦੇ ਸਿਧਰਾ ਇਲਾਕੇ ਦੀ, ਜਿੱਥੇ ਤੜਕੇਸਾਰ ਸੁਰੱਖਿਆ ਦਸਤਿਆਂ ਤੇ ਦਹਿਸ਼ਤਗਰਦਾਂ ਦੇ ਵਿਚਾਲੇ ਜ਼ਬਰਦਸਤ ਮੁੱਠਭੇੜ ਹੋ ਗਈ ਤੇ ਇਸ ਵਿਚਾਲੇ ਇਹ ਤਸਵੀਰਾਂ ਨਜ਼ਰ ਆਈਆਂ। ਟਰੱਕ ਦੇ ਵਿੱਚ ਸਵਾਰ ਸੀ, ਮੁੱਠਭੇੜ ਹੋਈ ਤੇ ਟਰੱਕ ਨੂੰ ਵੀ ਅੱਗ ਲੱਗੀ। ਹਫੜਾ ਦਫੜੀ ਦਾ ਮਾਹੌਲ ਵੀ ਨਜ਼ਰ ਆਇਆ ਤੇ 4 ਅੱਤਵਾਦੀ ਇੱਕ ਟਰੱਕ ਦੇ ਵਿੱਚ ਸਵਾਰ ਹੋ ਕੇ ਜੰਮੂ ਤੋਂ ਕਸ਼ਮੀਰ ਦੇ ਵੱਲ ਜਾਣ ਦੀ ਫਿਰਾਕ ਦੇ ਵਿੱਚ ਸੀ ਤੇ ਸਿਧਰਾ ਇਲਾਕੇ ਦੇ ਵਿੱਚ ਪਹੁੰਚਦੇ ਹੀ ਸੁਰੱਖਿਆ ਦਸਤਿਆਂ ਨੂੰ ਪਹਿਲਾਂ ਸ਼ੱਕ ਹੋਇਆ ਤੇ ਟਰੱਕ ਨੂੰ ਰੋਕ ਲਿਆ ਗਿਆ, ਜਿਸ ਤੋਂ ਬਾਅਦ ਐਨਕਾਊਂਟਰ ਸ਼ੁਰੂ ਹੋ ਗਿਆ। उधर वर्दियां गोलियां दे विच न्यूज़ 18 दी टीम भी मौके दे उत्ते पहुंची। जम्मू के सिधरा इलाके में एक आतंकवादी बड़ा हमला, आप आवाजें सुन रहे होंगे। यहाँ पर एक सिक्योरिटी फोर्सेस के सारे जवान और सीनियर ऑफिसर यहाँ मौके पर मौजूद है। अब आवाजें साफ आपको सुनाई दे रही हैं। 2 से 3 आतंकवादियों के यहाँ पर होने की आशंका और साफ आवाजें सुनाई दे रही है। शुरुआती दौर ਦੇ ਵਿੱਚ ਕੁਝ ਵੀ ਸਾਫ਼ ਨਹੀਂ ਸੀ। ਸੁਰੱਖਿਆ ਦਸਤੇ ਵੀ ਅੱਤਵਾਦੀਆਂ ਦੀ ਗਿਣਤੀ ਤੋਂ ਅਣਜਾਣ ਸਨ, ਪਰ ਜਵਾਨਾਂ ਮੁਤਾਬਕ ਜਦੋਂ ਉਹਨਾਂ ਨੇ ਟਰੱਕ ਨੂੰ ਰੋਕਿਆ ਤਾਂ ਟਰੱਕ ਡਰਾਈਵਰ ਮੌਕੇ ਤੋਂ ਭੱਜ ਨਿਕਲਿਆ ਤੇ ਟਰੱਕ ਦੀ ਤਲਾਸ਼ੀ ਸਮੇਂ ਦਹਿਸ਼ਤਗਰਦਾਂ ਨੇ ਜਵਾਨਾਂ ਦੇ ਉੱਤੇ ਫਾਇਰ ਖੋਲ ਦਿੱਤੇ। एक ट्रक की सस्पिशियस मूवमेंट जो हमारे हाईवे क्यूआरटी ने नोटिस किया, उसको फॉलो किया जी। और जब वो यहाँ नाके पे पहुंचे, जब नाके पे रोका गया जी तो ड्राइवर नेचर्स कॉल की के बहाने नीचे उतरा और भाग खड़ा हुआ जी। हमने जब ट्रक की सर्च शुरुआत की तो हम पे फायर आया। जवाबी फायर कार्रवाई चल रही है। एनकाउंटर कई घंटे चलता रहा। एनकाउंटर दौरान ट्रक ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਅੱਗ ਦੇ ਉੱਤੇ ਵੀ ਕਾਬੂ ਪਾਇਆ ਗਿਆ। ਤਾਂ ਕਰੜੀ ਮਸ਼ੱਕਤ ਤੋਂ ਬਾਅਦ ਅੱਗ ਦੇ ਉੱਤੇ ਕਾਬੂ ਪਾਇਆ ਗਿਆ। ਉਧਰ ਜੰਮੂ ਦੇ ਸਿਧਰਾ ਇਲਾਕੇ ਦੇ ਵਿੱਚ ਆਪਰੇਸ਼ਨ ਤੋਂ ਬਾਅਦ ਸੁਰੱਖਿਆ ਦਸਤਿਆਂ ਨੇ ਦਹਿਸ਼ਤਗਰਦਾਂ ਦੇ ਨਾਪਾਕ ਮਨਸੂਬੇ ਵੀ ਮਿੱਟੀ ਦੇ ਵਿੱਚ ਮਿਲਾ ਦਿੱਤੇ ਤੇ ਸੁਰੱਖਿਆ ਫੋਰਸਾਂ ਨੇ ਕਈ ਘੰਟਿਆਂ ਦੇ ਐਨਕਾਊਂਟਰ ਤੋਂ ਬਾਅਦ 4 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਤੇ ਚਾਰੋਂ ਅੱਤਵਾਦੀ ਟਰੱਕ ਦੇ ਵਿੱਚੋਂ ਨਿਕਲੇ ਇੱਕ ਘਰ ਦੇ ਵਿੱਚ ਜਾ ਕੇ ਲੁਕੇ ਸੀ ਤੇ ਜਵਾਬੀ ਕਾਰਵਾਈ ਦੇ ਵਿੱਚ ਚਾਰਾਂ ਨੂੰ ਮਾਰ ਮੁਕਾਇਆ ਗਿਆ। इस समय हम आपको तस्वीरें दिखाने की कोशिश करेंगे जहां पर इसी ट्रक का इस्तेमाल कर आतंकी जो है वो जम्मू से कश्मीर जाने की ओर जो है वो कोशिश कर रहे थे और उसी बीच सुरक्षा बलों को यहां पर बड़ी कामयाबी हाथ लगी। एडीजीपी जम्मू जोन मुकेश सिंह ने यहां पर एक जो आधिकारिक बयान दिया उसमें साफ तौर पर उन्होंने कहा कि जो 4 आतंकी हैं वो मार गिराए गए हैं। ਅੱਤਵਾਦੀਆਂ ਤੋਂ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ ਹੋਇਆ ਹੈ। ਸੁਰੱਖਿਆ ਬਲਾਂ ਨੂੰ ਇਹਨਾਂ ਤੋਂ 7 AK-47, 1 F4 ਰਾਈਫਲ ਤੇ 3 ਪਿਸਤੌਲਾਂ ਸਣੇ ਵੱਡੀ ਗਿਣਤੀ 'ਚ ਗੋਲਾ ਬਾरूद ਬਰਾਮਦ ਹੋਇਆ। भारी मात्रा में असला बारूद जो है वो यहाँ से बरामद हुआ है। लगातार आपको बता दें कि आतंकी जो हैं वो इस रास्ते का इस्तेमाल कर जम्मू से कश्मीर घाटी जाने की कोशिश कर रहे थे, जिस समय ये पूरी जो एनकाउंटर है उसमें सिक्योरिटी फोर्सेस ने बड़ी कामयाबी हासिल की। ਐਨਕਾਊਂਟਰ ਤੋਂ ਬਾਅਦ ਸੁਰੱਖਿਆ ਦਸਤਿਆਂ ਨੇ ਇਲਾਕੇ 'ਚ ਸਰਚ ਆਪਰੇਸ਼ਨ ਵੀ ਚਲਾਇਆ। ਇਸ ਤੋਂ ਪਹਿਲਾਂ 20 ਦਸੰਬਰ ਨੂੰ ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਵਿੱਚ ਵੱਡਾ ਐਨਕਾਊਂਟਰ ਹੋਇਆ ਸੀ ਤੇ ਸੁਰੱਖਿਆ ਬਲਾਂ ਨੇ ਇੱਕ ਮੁਕਾਬਲੇ 'ਚ ਲਸ਼ਕਰ-ਏ-ਤੌਇਬਾ ਦੇ 3 ਅੱਤਵਾਦੀਆਂ ਨੂੰ ਮਾਰ ਗਿਰਾਇਆ ਸੀ। ਤਾਂ ਪੁਲਿਸ ਦੇ ਵੱਲੋਂ ਸੁਰੱਖਿਆ ਦਸਤਿਆਂ ਦੇ ਵੱਲੋਂ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਤੇ ਐਨਕਾਊਂਟਰ ਤੋਂ ਬਾਅਦ ਸੁਰੱਖਿਆ ਦਸਤੇ ਹੋਰ ਵੀ ਮੁਸਤੈਦ ਨਜ਼ਰ ਆਏ ਤੇ ਚਲਾਈ ਗਈ ਤਲਾਸ਼ੀ ਮੁਹਿੰਮ। ਪੁਲਿਸ ਅਤੇ ਸੁਰੱਖਿਆ ਬਲਾਂ ਦੇ ਵੱਲੋਂ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਸੁਰੱਖਿਆ ਵਧਾ ਦਿੱਤੀ ਗਈ ਤੇ ਪਠਾਨਕੋਟ ਜੰਮੂ ਹਾਈਵੇ ਤੇ ਨਾਕਾ ਲਗਾ ਕੇ ਜੰਮੂ ਅਤੇ ਕਸ਼ਮੀਰ ਦੇ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਦੀ ਤਲਾਸ਼ੀ ਕੀਤੀ ਗਈ ਤਾਂ ਕਿ ਕਿਸੇ ਵੀ ਸੰਭਾਵੀ ਖਤਰੇ ਨੂੰ ਟਾਲਿਆ ਜਾ ਸਕੇ। जम्मू के सिधरा में आज सुबह आतंकियों और सुरक्षा बलों के बीच हुई मुठभेड़ के बाद जम्मू कश्मीर पुलिस की तरफ से जम्मू कश्मीर में हाई अलर्ट जारी कर दिया गया और इस वक्त हम मौजूद हैं जम्मू पठानकोट नेशनल हाईवे गघवाल के पास। आप देख सकते हैं नेशनल हाईवे पर जम्मू कश्मीर पुलिस की तरफ से जहां एक नाका लगाकर हाईवे पर जितने भी वाहन हैं, चाहे छोटे वाहन हैं बड़े वाहन हैं, उनकी जाँच की जा रही है और खंगाला जा रहा है ताकि कोई ऐसी किस्म की घटना को अंजाम ना दिया जा सके। और सुरक्षा बल सुबह से ही लगातार जम्मू पठानकोट नेशनल हाईवे पे अलर्ट मोड पे हैं और जहां पर हर एक वाहन को यहाँ पे चेक किया जाता है। और अगर हम बात करें जहां से अंतर्राष्ट्रीय सीमा की तो बेहद नज़दीकी इलाका है अंतर्राष्ट्रीय सीमा का। और इस वक्त हम जम्मू पठानकोट नेशनल हाईवे पे मौजूद हैं जहां पर पुलिस की तरफ से सुरक्षा कड़ी कर दी। ਦੱਸ ਦਈਏ ਕਿ ਸਿਧਰਾ ਇਲਾਕੇ ਤੋਂ ਭਾਰਤ ਪਾਕਿਸਤਾਨ ਸਰਹੱਦ ਦੀ ਦੂਰੀ ਕੁਝ ਕਿਲੋਮੀਟਰ ਦੀ ਹੈ, ਜਿਸ ਕਾਰਨ ਸੁਰੱਖਿਆ ਏਜੰਸੀਆਂ ਦੀ ਚਿੰਤਾ ਹੋਰ ਵੀ ਵੱਧ ਗਈ ਹੈ। ਫਿਲਹਾਲ 4 ਅੱਤਵਾਦੀ ਮਾਰੇ ਗਏ ਨੇ ਤੇ ਸੁਰੱਖਿਆ ਦੇ ਮੱਦੇਨਜ਼ਰ ਹਰ ਆਉਣ ਜਾਣ ਵਾਲੇ ਤੇ ਕਰੜੀ ਨਜ਼ਰ ਰੱਖੀ ਜਾ ਰਹੀ ਹੈ। ਖੈਰ ਜਦੋਂ ਦਹਿਸ਼ਤਗਰਦਾਂ ਦੇ ਮਿਸ਼ਨ ਨੂੰ ਸੁਰੱਖਿਆ ਦਸਤਿਆਂ ਦੀ ਮੁਸਤੈਦੀ ਫੇਲ ਕਰ ਦੇਵੇ ਫਿਰ ਫਰਕ ਤਾਂ ਪੈਂਦਾ ਹੈ। ਉਧਰ ਪ੍ਰਧਾਨ ਮੰਤਰੀ ਮੋਦੀ
ਅਹਿਮਦਾਬਾਦ ਦੇ UN ਮਹਿਤਾ ਹਸਪਤਾਲ ਪਹੁੰਚੇ। ਮਾਂ ਹੀਰਾਬਾ ਦੀ ਸਿਹਤ ਦੀ ਉਹਨਾਂ ਨੇ ਜਾਣਕਾਰੀ ਲਈ। ਪ੍ਰਧਾਨ ਮੰਤਰੀ ਮੋਦੀ ਕਰੀਬ 1 ਘੰਟੇ 20 ਮਿੰਟ ਹਸਪਤਾਲ ਦੇ ਵਿੱਚ ਰਹੇ। ਇਸ ਦੌਰਾਨ ਉਹਨਾਂ ਨੇ ਡਾਕਟਰਾਂ ਦੇ ਨਾਲ ਵੀ ਗੱਲਬਾਤ ਕੀਤੀ। ਹਸਪਤਾਲ ਦੇ ਵਿੱਚ ਉਹਨਾਂ ਦੇ ਨਾਲ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਅਤੇ ਸੂਬੇ ਦੇ ਕੁਝ ਹੋਰ ਮੰਤਰੀ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਮਾਂ ਹੀਰਾਬਾ ਦੀ ਤਬੀਅਤ ਨੂੰ ਲੈ ਕੇ ਚਿੰਤਤ ਸਨ, ਪਰ ਡਾਕਟਰਾਂ ਦੇ ਨਾਲ ਗੱਲਬਾਤ ਤੋਂ ਬਾਅਦ ਉਹ ਸਿੱਧਾ ਦਿੱਲੀ ਦੇ ਲਈ ਰਵਾਨਾ ਹੋ ਗਏ। ਮੰਗਲਵਾਰ ਦੇਰ ਰਾਤ ਸਾਹ ਲੈਣ 'ਚ ਤਕਲੀਫ ਹੋਣ ਤੋਂ ਬਾਅਦ ਹੀਰਾਬਾ ਨੂੰ ਅਹਿਮਦਾਬਾਦ ਦੇ UN ਮਹਿਤਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ਦੇ ਡਾਕਟਰਾਂ ਦੀ ਇੱਕ ਟੀਮ ਲਗਾਤਾਰ ਉਹਨਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ। ਕਿਹਾ ਜਾ ਰਿਹਾ ਕਿ ਹੀਰਾਬਾ ਨੂੰ ਅਗਲੇ 2-3 ਦਿਨ ਦੇ ਵਿੱਚ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਜਾਵੇਗਾ। ਫਿਲਹਾਲ ਉਹਨਾਂ ਦੀ ਤਬੀਅਤ ਠੀਕ ਹੈ। ਹੀਰਾਬਾ ਨੇ ਜੂਨ ਦੇ ਵਿੱਚ ਹੀ ਆਪਣਾ 99ਵਾਂ ਜਨਮ ਦਿਨ ਮਨਾਇਆ ਹੈ। ਪ੍ਰਧਾਨ ਮੰਤਰੀ ਮੋਦੀ ਵੀ ਉਸ ਸਮੇਂ ਉਹਨਾਂ ਦੇ ਨਾਲ ਮੁਲਾਕਾਤ ਦੇ ਲਈ ਪਹੁੰਚੇ ਸਨ। ਖੈਰ ਬੇਟਾ ਬੇਸ਼ੱਕ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ, ਪਰ ਮਾਂ ਦੇ ਲਈ ਉਹ ਪੁੱਤ ਹੀ ਹੈ, ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਬੇਸ਼ੱਕ ਕੋਈ ਬੇਟਾ ਹੈ, ਉਸ ਦੇ ਲਈ ਆਪਣੀ ਮਾਂ ਉਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਨਾਲ ਉਹ ਤੁਸੀਂ ਕਹਿ ਸਕਦੇ ਹੋ ਕਿ ਸ਼ੁਰੂ ਤੋਂ ਬਚਪਨ ਤੋਂ ਉਹਨਾਂ ਦੇ ਨਾਲ ਰਹੇ ਨੇ। ਸਿਹਤ ਦੀ ਜਾਣਕਾਰੀ ਦੇ ਲਈ ਖਾਸ ਤੌਰ ਤੇ ਪ੍ਰਧਾਨ ਮੰਤਰੀ ਗੁਜਰਾਤ ਪਹੁੰਚੇ ਹੋਏ ਸਨ। ਹੁਣ ਅੱਗੇ ਵਧਦੇ ਹਾਂ ਤੇ ਗੱਲ ਇਤਿਹਾਸ ਦੀ। 28 ਦਸੰਬਰ ਦਾ ਇਤਿਹਾਸ ਕੀ ਕਹਿੰਦਾ ਹੈ ਉਹ ਤੁਹਾਨੂੰ ਦੱਸਾਂਗੇ। 28 ਦਸੰਬਰ ਦਾ ਇਤਿਹਾਸ ਇੰਡੀਅਨ ਨੈਸ਼ਨਲ ਕਾਂਗਰਸ ਦੇ ਨਾਲ ਜੁੜਿਆ ਹੋਇਆ ਹੈ। 28 ਦਸੰਬਰ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਸੈਸ਼ਨ ਹੋਇਆ ਸੀ। 28 ਦਸੰਬਰ 1885 ਨੂੰ। ਜੀ ਹਾਂ, ਬੰਬੇ ਦੇ ਵਿੱਚ, ਜੋ ਅੱਜਕੱਲ ਜਿਸਦਾ ਨਾਮ ਮੁੰਬਈ ਹੈ, ਉਸ ਸਮੇਂ ਬੰਬੇ ਸੀ। ਬੰਬੇ 'ਚ ਦਾਸ ਤੇਜਪਾਲ ਸੰਸਕ੍ਰਿਤ ਕਾਲਜ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਸੰਮੇਲਨ ਹੋਇਆ। ਇਸ ਸੰਮੇਲਨ ਦੇ ਵਿੱਚ 72 ਨੁਮਾਇੰਦਿਆਂ ਦੀ ਮੌਜੂਦਗੀ ਸੀ। ਵਿਓਮੇਸ਼ ਚੰਦਰ ਬੈਨਰਜੀ ਨੂੰ ਪਾਰਟੀ ਦਾ ਪਹਿਲਾ ਪ੍ਰਧਾਨ ਬਣਾਇਆ ਗਿਆ। ਇਸ ਤੋਂ ਬਾਅਦ ਤੋਂ ਹਰ ਸਾਲ 28 ਦਸੰਬਰ ਨੂੰ ਪਾਰਟੀ ਆਪਣਾ ਸਥਾਪਨਾ ਦਿਹਾੜਾ ਮਨਾਉਂਦੀ। ਫਰਕ ਤਾਂ ਪੈਂਦੇ ਦੇ ਵਿੱਚ ਵੇਲਾ ਹੋ ਚਲਾ ਇੱਕ ਬਹੁਤ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਕੁਝ ਹੋਰ ਅਹਿਮ ਖਬਰਾਂ ਨਾਲ।